योगी सरकार मुर्दाबाद, योगी सरकार मुर्दाबाद, योगी सरकार मुर्दाबाद, मुर्दाबाद, मोदी सरकार मुर्दाबाद, जिंदाबाद, किसान एकता जिंदाबाद, किसान एकता जिंदाबाद, किसान एकता मुर्दाबाद, मोदी सरकार मुर्दाबाद। जिंदाबाद जिंदाबाद योगी मोदी खट्टर शाह मुर्दाबाद मुर्दाबाद योगी मोदी खट्टर शाह मुर्दाबाद मुर्दाबाद जिंदाबाद जिंदाबाद मजदूर एकता जिंदाबाद 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 मजदूर एकता जिंदाबाद जिंदाबाद रद्द करो रद्द करो रद्द करो रद्द करो जिंदाबाद 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 मोदी योगी गठन मुर्दाबाद मुर्दाबाद शायद इत्थे मोमबत्तियां चक के तुरदियां नूं एहसास नहीं होना ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਆ ਜਾਂ ਜਿੱਡਾ ਵੱਡਾ ਉਹਨਾਂ ਨੂੰ ਘਾਟਾ ਪੈ ਗਿਆ।
ਜੇ ਤਾਂ ਆਪਾਂ ਕਿਸੇ ਦਾ ਵਿਰੋਧ ਕਰਦੇ ਹੋਈਏ ਤੇ ਆਮੋ ਸਾਹਮਣੀ ਲੜਾਈ ਦੇ ਵਿੱਚ ਕੋਈ ਸ਼ਹਾਦਤ ਹੋ ਜੇ, ਉਹ ਫਿਰ ਵੀ ਕਦੇ ਨਾ ਕਦੇ ਪਰਿਵਾਰ ਨੂੰ ਥੋੜਾ ਬਹੁਤਾ ਧਰਵਾਸ ਹੋ ਜਾਂਦਾ ਵੀ ਹਾਂ ਅਸੀਂ ਟਕਰਾਅ ਸੀਗਾ, ਉੱਥੇ ਲੜੇ ਤੇ ਸਾਡੀ ਸ਼ਹਾਦਤ ਹੋ ਗਈ। ਪਰ ਕੋਈ ਘਰਾਂ ਤੋਂ ਜਾਂਦਿਆਂ ਨੂੰ ਹੀ ਕੋਈ ਮਾੜੀ ਮਨਸ਼ਾ ਦੇ ਨਾਲ ਕੁਚਲ ਦੇਵੇ, ਲਤਾੜ ਦੇਵੇ, ਇਸ ਕਰਕੇ ਬਹੁਤ ਵੱਡੀ ਘਟਨਾ ਹੈ ਜਿਹਨੂੰ ਪਰਵਾਹ ਨਹੀਂ ਹੋਈ ਕੀਤਾ ਜਾ ਸਕਦਾ ਵੀ ਚਲੋ ਜਿਹੜਾ ਕੁਛ ਹੋ ਗਿਆ ਤੇ ਉਹਨੂੰ ਮੰਨ ਲਓ। ਤੇ ਜਿਹੜੇ ਰਾਹ ਸਰਕਾਰ ਪਈ ਹੋਈ ਆ, ਇੱਕ ਗੱਲ ਇਹ ਸਪਸ਼ਟ ਆ, ਜਿਹੜੀਆਂ ਘਟਨਾਵਾਂ ਖਾਸ ਕਰਕੇ ਜਿਹੜਾ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਆ, ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਘਟਨਾ ਵਾਪਰ ਗਈ ਉਹਦੇ 'ਚ ਜਿਹੜੇ ਸ਼ਹਾਦਤ ਦਾ ਜਾਮ ਪੀਣ ਵਾਲੇ ਆ ਉਹ ਆਪਾਂ ਜਾਣਦੇ ਆ, ਸਰਦਾਰ ਆ, ਉਹਨਾਂ ਦੇ ਸਿਰ ਤੇ ਪੱਗਾਂ, ਉਹ ਸਿੱਖ ਧਰਮ ਨੂੰ ਮੰਨਣ ਵਾਲੇ ਲੋਕ ਆ। ਪਰ ਇਹਦੇ ਨਾਲ ਨਾਲ ਕਿ ਦੇਸ਼ ਦੇ ਵਿੱਚ ਜਿਹੜੀ ਸਰਕਾਰ ਨੂੰ ਕਿਸੇ ਨੇ ਚੈਲੰਜ ਨਹੀਂ ਕੀਤਾ ਸੀ ਜਾਂ ਜਿਹੜੀ ਸਰਕਾਰ ਅੱਗੇ ਕੋਈ ਨਹੀਂ ਖੜਿਆ ਸੀ, ਇਹ ਜਿਹੜੇ ਸ਼ਹੀਦ ਹੋਏ ਉਸ ਅੰਦੋਲਨ ਦੇ ਸਿਪਾਹੀ ਬਣੇ ਕਿ ਜਿਹਨੇ ਸਰਕਾਰ ਦੇ ਬਲਡੋਜ਼ਰ ਨੂੰ 1 ਸਾਲ ਤੋਂ ਬ੍ਰੇਕਾਂ ਲਾ ਦਿੱਤੀਆਂ ਕਿ ਜਿਵੇਂ ਤੁਸੀਂ ਚਲਾਉਣਾ ਚਾਹੁੰਦੇ ਰਾਜ ਪ੍ਰਬੰਧ ਉਹ ਵੀ ਅਸੀਂ ਨਹੀਂ ਚੱਲਣ ਦੇਵਾਂਗੇ। ਸਾਨੂੰ ਖਿਆਲ ਕੀ ਰੱਖਣ ਦੀ ਲੋੜ ਹੈ ਕਿ ਸਰਕਾਰਾਂ ਰਾਜ ਕਿਵੇਂ ਕਰਦੀਆਂ। ਸਾਡੇ ਸਾਹਮਣੇ ਲੋਕਾਂ ਦਾ ਮਸਲਾ ਹੁੰਦਾ, ਰੋਟੀ ਚਾਹੇ ਸਾਡੇ ਸਿਰ ਤੇ ਪੱਗ ਬੰਨੀ ਹੈ, ਚਾਹੇ ਸਾਡੇ ਤਿਲਕ ਲਾਇਆ ਤੇ ਚਾਹੇ ਸਾਡੇ ਧੋਤੀ ਬੰਨੀ ਹੈ। ਅਸੀਂ ਖੇਤੀ ਕਰਦੇ ਆ, ਉਹਦੇ ਵਿੱਚ ਸਾਡੇ ਪਹਿਰਾਵੇ ਵੱਖਰੇ ਹੋ ਸਕਦੇ ਆ, ਸਾਡੇ ਧਰਮ ਵੱਖਰੇ ਹੋ ਸਕਦੇ ਆ। ਜਦੋਂ ਸਾਡੇ ਨਾਲ ਬੇਇਨਸਾਫੀ ਹੁੰਦੀ ਆ, ਸਾਨੂੰ ਫਸਲ ਦਾ ਰੇਟ ਨਹੀਂ ਮਿਲਦਾ, ਸਾਡੀਆਂ ਕੋਈ ਜ਼ਮੀਨਾਂ ਤੇ ਕਾਬਜ਼ ਹੁੰਦਾ, ਕੋਈ ਸਾਡੇ ਵਿਰੁੱਧ ਕਾਨੂੰਨ ਹੁੰਦੇ ਆ, ਫਿਰ ਇਹ ਪੱਗਾਂ, ਧੋਤੀਆਂ, ਟੋਪੀਆਂ, ਤਿਲਕਾਂ, ਬੋਦੀਆਂ ਦੇ ਇਹ ਸਰਕਾਰ ਦਾ ਸਾਂਝਾ ਹਮਲਾ ਹੁੰਦਾ, ਕਿਸੇ ਨੂੰ ਬਖਸ਼ਿਆ ਨਹੀਂ ਜਾਂਦਾ। ਤੇ ਸਰਕਾਰ ਦੀ ਫਿਰ ਕੋਸ਼ਿਸ਼ ਹੁੰਦੀ ਆ ਕਿ ਸਾਰੇ ਲੋਕ ਜਿਨ੍ਹਾਂ ਨੂੰ ਦਰੜਿਆ ਮੈਂ, ਇਹਨਾਂ ਨੇ ਹੁਣ ਇਕੱਠੇ ਹੋ ਕੇ ਮੇਰੇ ਅੱਗੇ ਖੜਨਾ, ਇਹ ਇਕੱਠੇ ਨਾ ਹੋ ਜਾਣ। ਇਹਨਾਂ ਨੂੰ ਕਹੋ ਤੁਸੀਂ ਪੱਗਾਂ ਵਾਲੇ ਆਡਾਂ, ਤੁਸੀਂ ਧੋਤੀਆਂ ਵਾਲੇ, ਟੋਪੀਆਂ ਵਾਲੇ, ਬੋਦੀਆਂ ਵਾਲੇ ਆਡਾਂ। ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਫਿਰ ਸਿੱਖਾਂ ਨੂੰ, ਮੁਸਲਮਾਨਾਂ ਨੂੰ, ਹਿੰਦੂਆਂ ਨੂੰ ਆਪਸ ਦੇ ਵਿੱਚ ਟਕਰਾਅ ਕਰਕੇ ਉਹ ਆਪਦੇ ਕਾਨੂੰਨ ਨੂੰ ਜਾਇਜ਼ ਕਰਾਰ ਦੇਣ ਦੇ ਲਈ, ਤਾਂ ਕਿ ਜੇ ਕੋਈ ਘੱਟ ਗਿਣਤੀ ਦਾ ਭਾਈਚਾਰਾ, ਚਾਹੇ ਉਹ ਮੁਸਲਮਾਨ ਆ ਚਾਹੇ ਸਿੱਖ ਆ, ਦੇਸ਼ ਦੇ ਵਿੱਚ ਜਾਣ-ਬੁੱਝ ਕੇ ਇੱਕ ਯੋਜਨਾ ਦੇ ਤਹਿਤ ਉਹਨਾਂ ਦਾ ਹਮਲਾ ਕਰਕੇ, ਉਹਨਾਂ ਦਾ ਕਤਲੇਆਮ ਕਰਕੇ ਟਕਰਾਅ ਕੀ ਬਣਾਉਣਾ ਕਿ ਦੇਖੋ ਜੀ ਇਹ ਜਿਹੜਾ ਮਸਲਾ ਬਣ ਗਿਆ, ਇਹ ਤਾਂ ਹਿੰਦੂਆਂ ਤੇ ਸਿੱਖਾਂ ਦਾ ਮਸਲਾ ਬਣ ਗਿਆ, ਤਾਂ ਕਿ ਕਿਤੇ ਨਾ ਕਿਤੇ ਜਿਹੜੇ ਹਿੰਦੂਆਂ ਨੇ ਬੀਜੇਪੀ ਦੇ ਵਿਰੋਧ ਦੇ ਵਿੱਚ ਜਾਣਾ, ਉਹ ਕਹਿਣ ਨਹੀਂ ਇਹ ਤਾਂ ਸਿੱਖਾਂ ਦਾ ਟਕਰਾਅ ਹੈ, ਸਾਡਾ ਤਾਂ ਸ਼ਾਇਦ ਮੋਦੀ ਕੋਈ ਨੇੜਿਓਂ ਲੱਗਦਾ। ਇਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਜਿਵੇਂ ਸਾਨੂੰ ਗੁਰੂ ਸਾਹਿਬਾਨਾਂ ਨੇ ਕਿਹਾ ਕਿ ਮਾਨਸ ਕੀ ਜਾਤ, ਅੱਜ ਮਾਨਸ ਕੀ ਜਾਤ ਦੀ ਲੜਾਈ ਕਿਹਦੇ ਵਿਰੁੱਧ ਹੈ? ਮਾਨਸ ਕੀ ਜਾਤ ਦੀ ਲੜਾਈ ਕਾਰਪੋਰੇਟ ਘਰਾਣਿਆਂ ਦੇ ਵਿਰੁੱਧ ਹੈ। ਆਪਾਂ ਨੂੰ ਗੁਰੂ ਸਾਹਿਬਾਨਾਂ ਨੇ ਸਿੱਖਿਆ ਕੀ ਦਿੱਤੀ ਆ? ਆਪਾਂ ਨੂੰ ਯਾਦ ਕਰਨਾ ਚਾਹੀਦਾ ਕਿ ਅੱਜ ਤੋਂ 500 ਸਾਲ ਪਹਿਲਾਂ ਇੱਕ ਜਾਬਰ ਜਦੋਂ ਦਿੱਲੀ ਵੱਲ ਨੂੰ ਵੱਧ ਰਿਹਾ ਸੀਗਾ, ਲੋਕ ਉਹਦਾ ਰਾਹ ਛੱਡ ਕੇ ਪਾਸੇ ਹੋ ਗਏ ਸੀ। ਉਹਦਾ ਨਾਮ ਬਾਬਰ ਸੀਗਾ। ਜਦੋਂ ਫੌਜਾਂ ਲੈ ਕੇ ਉਹ ਕਤਲੇਆਮ ਕਰਦਾ ਜਾ ਰਿਹਾ ਸੀ, 500 ਸਾਲ ਜਿਹੜਾ ਉਹਦਾ ਇਤਿਹਾਸ ਪੜ੍ਹ ਕੇ ਦੇਖ ਲਓ ਕਿ ਜਿਹਨੇ ਬਾਬਰ ਨੂੰ ਉਸ ਵੇਲੇ ਦੇ ਜਾਬਰ ਨੂੰ ਮੰਗਾਰਿਆ ਹੋਵੇ, ਤੁਹਾਨੂੰ ਕੋਈ ਨਜ਼ਰ ਨਹੀਂ ਆਏਗਾ, ਤੁਹਾਨੂੰ ਨਾ ਇਤਿਹਾਸ ਦੇ ਵਿੱਚੋਂ ਪੜ੍ਹਨ ਨੂੰ ਨਹੀਂ ਮਿਲੇਗਾ। ਪਰ ਅਸੀਂ ਲੋਕ ਹਾਂ ਜਿਹੜੇ, ਆਪਾਂ ਲੋਕ ਮਾਣ ਕਰ ਸਕਦੇ ਹਾਂ ਕਿ ਸਾਡੇ ਇਸ ਧਰਤੀ ਦੇ ਮਹਾਂਪੁਰਸ਼ ਨੇ, ਸਾਡੇ ਬਾਬੇ ਨਾਨਕ ਨੇ ਉਹ ਬਾਬਰ ਨੂੰ ਜਾਬਰ ਕਹਿ ਕੇ ਮੰਗਾਰਿਆ ਸੀਗਾ। ਤੇ ਅੱਜ ਜਦੋਂ ਆਪਾਂ ਬਾਣੀ ਪੜ੍ਹਦੇ ਆ, ਬਾਬਰ ਬਾਣੀ ਦੇ ਵਿੱਚ ਦਰਜ ਆ ਕਿ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੁਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਬਾਬੇ ਨਾਨਕ ਨੇ 500 ਸਾਲ ਪਹਿਲਾਂ ਜਿਹੜਾ ਕੂੜ ਪ੍ਰਧਾਨ ਹੋਇਆ ਫਿਰਦਾ ਸੀਗਾ, ਬਾਬੇ ਨਾਨਕ ਨੇ ਮੈਦਾਨ ਚ ਆ ਕੇ ਵੰਗਾਰਿਆ ਸੀਗਾ। ਜਿਹੜੇ ਉਸ ਵੇਲੇ ਦੇ ਪਾਪਾਂ ਦੀ ਜੰਜ ਕੋਈ ਲੈ ਕੇ ਆ ਰਿਹਾ ਸੀਗਾ, ਬਥੇਰੇ ਲੋਕ ਉਦੋਂ ਕਹਿੰਦੇ ਹੋਣੇ ਆ ਕਿ ਬਾਬਰ ਆ ਰਿਹਾ ਬਈ, ਆਪਦੀ ਫੌਜ ਲੈ ਕੇ ਆ ਰਿਹਾ।
पर बाबे नानक ने नहीं कहा कि कोई बादशाह आ रहा फौज लैके आ रहा, उन्होंने कहा कि पापां दी बरात लैके आ रहा। ये चोरी दान दान किसी नूं चोरी नहीं दिता जाता, दान आपकी इच्छा ना दिता जाता। पर अज की है ਉਹੀ ਜਿਹੜਾ ਬਾਬਰ ਚੋਰੀ ਦਾਨ ਮੰਗਣ ਆਇਆ ਸੀ, ਅੱਜ ਕਾਰਪੋਰੇਟ ਘਰਾਣੇ ਕਹਿੰਦੇ ਆ ਕਿ ਅਸੀਂ ਪਾਰਲੀਮੈਂਟ ਦੇ ਥਰੂ ਚੋਰੀ ਜ਼ਮੀਨਾਂ ਲੈਣੀਆਂ, ਤੁਹਾਡੇ ਅਨਾਜ ਤੇ ਕਬਜ਼ਾ ਕਰਨਾ। ਸੋ ਇਸ ਕਰਕੇ ਜੇ ਕਿਸੇ ਨੂੰ ਲੱਗਦਾ ਹੋਵੇ ਕਿ ਪੰਜਾਬੀ ਕਿਉਂ ਅੱਗੇ ਹੋ ਗਿਆ, ਸਾਡਾ 500 ਸਾਲ ਤੋਂ ਪੁਰਾਣਾ ਇਤਿਹਾਸ ਆ, ਕਿਉਂਕਿ ਸਾਡੇ ਵਡੇਰਿਆਂ ਨੇ ਇਹ ਨਹੀਂ ਮੰਨੀ। ਜੇ ਉਹਨਾਂ ਨੇ ਜਾਬਰਾਂ ਨੂੰ ਉਸ ਵੇਲੇ ਦੇ ਬਾਬਰਾਂ ਨੂੰ ਜਾਬਰ ਕਿਹਾ ਤੇ ਅੱਜ ਉਹਨਾਂ ਦੇ ਵਾਰਸੀ ਆ ਜਿਹੜੇ ਜਾ ਕੇ ਉਹਨਾਂ ਨੂੰ ਘੇਰਾ ਪਾਈ ਬੈਠੇ ਆ। ਅੱਜ ਤਾਂ ਹੀ ਅਡਾਨੀਆਂ ਨੂੰ, ਅੱਜ ਤਾਂ ਹੀ ਆਬਾਦੀਆਂ ਨੂੰ ਕਿਹਾ ਕਿ ਜਿਹੜੀ ਪਾਪਾਂ ਦੀ ਬਰਾਤ ਤੁਸੀਂ ਲੈ ਕੇ ਆਏ ਹੋ, ਜਿਹੜੇ ਕਹਿੰਦੇ ਹੋ ਕਿ ਅਸੀਂ ਜ਼ਮੀਨਾਂ ਤੇ ਕਬਜ਼ਾ ਕਰਨਾ, ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਅੱਜ ਸਾਡੇ ਸਾਹਮਣੇ ਸਵਾਲ ਵੱਡੇ ਇਸ ਗੱਲ ਦੇ ਆ ਕਿ ਠੀਕ ਆ ਲੋਕਾਂ ਦੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧ ਹੁੰਦੇ ਆ, ਉਹ 5 ਸਾਲ ਬਾਅਦ ਜਦੋਂ ਚੋਣਾਂ ਆਉਂਦੀਆਂ ਹਰੇਕ ਨੂੰ ਜਿੱਥੇ ਜਿਹਨੂੰ ਚੰਗਾ ਲੱਗਦਾ ਉੱਥੇ ਵੋਟਾਂ ਪਾ ਲੈਣੀਆਂ ਹੁੰਦੀਆਂ। ਪਰ ਹੁਣ ਇਹ ਵੋਟਾਂ ਤੋਂ ਅੱਗੇ ਚਲੀ ਗਈ ਆ ਗੱਲ। ਅੱਜ ਕਿਸੇ ਨੂੰ ਸ਼ਾਇਦ ਗੱਲ ਅਟਪਟੀ ਲੱਗ ਸਕਦੀ ਆ। ਇਹ ਚੋਣਾਂ ਵਾਲਾ ਆਉਣ ਵਾਲੇ ਸਾਲਾਂ 'ਚ ਜਿਸ ਤਰ੍ਹਾਂ ਦੇਸ਼ ਦਾ ਪ੍ਰਬੰਧ ਚੱਲ ਰਿਹਾ, ਇਹ ਚੋਣਾਂ ਵਾਲਾ ਮਾਹੌਲ ਆਪਣੇ ਖਤਮ ਹੋਣ ਵਾਲੇ ਪਾਸੇ ਨੂੰ ਜਾ ਰਿਹਾ। ਕਿਉਂਕਿ ਜਿਹੜੀ ਵੀ ਸਰਕਾਰ ਆਈ ਆ ਉਹਨੇ ਨੀਤੀਆਂ ਇਹ ਲਾਗੂ ਕੀਤੀਆਂ ਕਿ ਕਿਸਾਨੀ ਨੂੰ ਦਰੜਨਾ, ਕਿਸਾਨੀ ਨੂੰ ਕਰਜ਼ਾਈ ਕਰਨਾ, ਮਜ਼ਦੂਰਾਂ ਦੀ ਜ਼ਿੰਦਗੀ ਨੂੰ ਨਪੀੜਨਾ, ਇਹਨਾਂ ਦੇ ਧੀਆਂ ਪੁੱਤਾਂ ਨੂੰ ਰੁਜ਼ਗਾਰ ਨਹੀਂ ਦੇਣਾ, ਇਹਨਾਂ ਤੋਂ ਪੜ੍ਹਾਈ ਖੋਹ ਲੈਣੀ ਆ, ਇਹਨਾਂ ਦੇ ਘਰ-ਬਾਰ ਹੋਵੇ ਨਹੀਂ ਰਹਿਣ ਦੇਣੇ। ਸੋ ਲੜਾਈ ਕਿਸ ਕਿਸਮ ਦੀ ਬਣ ਰਹੀ ਆ ਕਿ ਅੱਜ ਜੇ ਇੱਥੇ ਹੱਥ ਖੜੇ ਕਰਾਉਣੇ ਹੋਣ ਤੇ ਤੁਹਾਡੇ ਚੋਂ 5 ਤਰ੍ਹਾਂ ਦੀਆਂ ਪਾਰਟੀਆਂ ਦੇ ਲੋਕ ਹੱਥ ਖੜੇ ਕਰ ਦੇਣਗੇ ਕਿ ਮੈਂ ਫਲਾਨੀ ਪਾਰਟੀ ਦਾ ਸਮਰਥਨ ਕਰਦਾ, ਮੈਂ ਫਲਾਨੀ ਪਾਰਟੀ ਦਾ ਸਮਰਥਨ ਕਰਦਾ। ਪਰ ਗੁਰਬਾਣੀ ਨੇ ਸਾਨੂੰ ਸਿਖਾਇਆ, ਸਾਨੂੰ ਬਾਬੇ ਨਾਨਕ ਨੇ ਸਿਖਾਇਆ ਕਿ ਇੱਥੇ ਕੋਈ ਸੰਸਾਰ ਦੇ ਵਿੱਚ, ਇਸ ਦੁਨੀਆ ਦੇ ਵਿੱਚ ਕੋਈ 5 7 10 ਕੋਈ 15 ਧਿਰਾਂ ਨਹੀਂਆਂ। ਸਾਡੀ ਧਰਤੀ ਦੇ ਉੱਤੇ ਇਸ ਦੁਨੀਆ ਤੇ ਸਿਰਫ 2 ਹੀ ਤਰ੍ਹਾਂ ਦੀਆਂ ਧਿਰਾਂ ਹੈ, 2 ਹੀ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੂੰ ਬਾਬੇ ਨਾਨਕ ਨੇ ਕਿਹਾ ਕਿ ਇੱਕ ਭਾਈ ਲਾਲੋ ਆ ਤੇ ਦੂਜਾ ਮਲਕ ਭਾਗੋ ਆ। ਜਦੋਂ ਅਸੀਂ ਕਹਿੰਦੇ ਆ ਕਿ ਸਰਕਾਰ ਬਦਲ ਗਈ, ਯਾਰ ਬਦਲਿਆ ਹੋਰ ਕੁਝ ਨਹੀਂ, ਸਾਡੀ ਜ਼ਿੰਦਗੀ ਉਵੇਂ ਦੀ ਉਵੇਂ ਆ। ਜਦੋਂ ਭਾਈ ਮਲਕ ਭਾਗੋ ਦੀਆਂ ਜਿਹੜੀਆਂ ਨੀਤੀਆਂ ਉਹਨਾਂ ਨੂੰ ਅੱਗੇ ਵਧਾਉਣਾ ਕਿਸੇ ਵੀ ਸਰਕਾਰ ਨੇ, ਫਿਰ ਭਾਈ ਲਾਲੋ ਦੇ ਹਿੱਸੇ ਖੁਦਕੁਸ਼ੀਆਂ ਆਉਂਦੀਆਂ, ਫਿਰ ਭਾਈ ਲਾਲੋ ਦੇ ਹਿੱਸੇ ਬੇਰੁਜ਼ਗਾਰੀ ਆਉਂਦੀ ਆ, ਫਿਰ ਭਾਈ ਲਾਲੋ ਦੇ ਸਿਹਰਾ ਜਿਹੜਾ ਕਰਜ਼ਾ ਚੜਦਾ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਪਾਰਟੀ ਕੋਈ ਜਿਹਦੇ ਨਾਲ ਮਰਜ਼ੀ ਜੁੜਿਆ ਰਵੇ, ਸਾਨੂੰ ਪਹਿਚਾਨਣਾ ਪੈਣਾ, ਆਪੋ ਆਪਣੀ ਰਾਜਨੀਤਿਕ ਧਿਰ ਨੂੰ ਇਹ ਕਹਿਣਾ ਪੈਣਾ ਖੁੱਲ ਕੇ ਕਿ ਭਾਈ ਲਾਲੋ ਵਾਲੀਆਂ ਨੀਤੀਆਂ ਲਾਗੂ ਕਰੋ। ਜੇ ਸਾਡੀ ਵੋਟ ਲੈਣੀ ਹੈ ਜਿੱਥੇ ਮਰਜ਼ੀ ਆ, ਕਿਸੇ ਨੂੰ ਰੋਕਣਾ ਨਹੀਂਗਾ ਕਿ ਤੂੰ ਫਲਾਣੇ ਨਾਲ ਨਾ ਜਾਈ। ਇੰਨੀ ਮੰਗ ਕਰ ਲੋ ਕਿ ਅਸੀਂ ਬਾਬੇ ਨਾਨਕ ਵਾਲੀ ਪਾਲਿਸੀ ਦੀ ਮੰਗ ਕਰਦੇ ਆ, ਅਸੀਂ ਭਾਈ ਲਾਲੋ ਦੇ ਭਲੇ ਦੀਆਂ ਨੀਤੀਆਂ ਚਾਹੁੰਦੇ ਆ। ਅੱਜ ਕਿਸੇ ਨੂੰ ਲੱਗਦਾ ਕਿ ਕਾਰਪੋਰੇਟ ਘਰਾਣੇ ਕਿਉਂ ਆ ਗਏ, ਇਹ ਜ਼ਮੀਨਾਂ ਕਿਉਂ ਖੋਣ ਲੱਗ ਪਏ। ਤੁਹਾਡੇ ਚੋਂ ਜਿਹੜੇ ਇਹਦਾ ਗੁਜ਼ਾਰਾ ਮਸਾਂ ਚੱਲਦਾ, ਜਿਹੜੇ ਆਪਦੇ ਬੱਚੇ ਮਸਾਂ ਪੜਾਉਂਦੇ ਆ, ਜਿਨ੍ਹਾਂ ਦੇ ਰੋਜੀ ਰੋਟੀ ਮਸਾਂ ਚੱਲਦੀ ਆ, ਉਹ ਕਿਸੇ ਨੂੰ ਲੱਗਦਾ ਕਿ ਇੱਥੇ ਕੋਟੀ ਸਿੱਖਾਂ ਦੇ ਨਾਲ ਲੱਗਦੇ 10 ਕਿੱਲੇ ਲੈ ਲੂਗਾ, ਉਹ ਨਹੀਂ ਲੈ ਸਕਦਾ। ਲਊਗਾ ਕੌਣ? ਜਿਹਦੇ ਕੋਲੇ ਜਾਇਦਾਦ ਇਕੱਠੀ ਹੋ ਗਈ ਆ। ਜਾਇਦਾਦ ਪਿੰਡਾਂ ਵੱਲ ਭਾਵੇਂ ਨਿਗਾਹ ਨਾ ਮਾਰਿਓ, ਸਾਡੇ ਦੇਸ਼ ਦੀ 135 ਕਰੋੜ ਆਬਾਦੀ ਆ, ਗੱਲ ਤੇ ਗੌਰ ਕਰਿਓ। 135 ਕਰੋੜ ਦੀ ਆਬਾਦੀ ਆ, 135 ਕਰੋੜ ਦੇ ਵਿੱਚੋਂ ਸਾਡੇ ਦੇਸ਼ ਦੇ 9 ਟੱਬਰ ਇਹੋ ਜਿਹੇ ਆ ਜਿਹੜੇ ਜਿਨ੍ਹਾਂ ਕੋਲ ਦੇਸ਼ ਦੀ ਅੱਧੀ ਦੌਲਤ ਆ। ਹੁਣ ਦੇਸ਼ ਦੇ ਸਿਰਫ 9 ਟੱਬਰਾਂ ਕੋਲੇ ਅੱਧੇ ਤੋਂ ਵੱਧ ਦੌਲਤ ਉਹਨਾਂ ਕੋਲੇ ਹੋਵੇ, ਉਹ ਕਹਿੰਦੇ ਦੌਲਤ ਸਾਡੇ ਕੋਲੇ ਇਕੱਠੀ ਹੋ ਗਈ ਆ। ਆ ਜ਼ਮੀਨਾਂ ਦੇ ਮਾਲਕ ਕਿਉਂ ਲੋਕ ਆ ਕਾਰੋਬਾਰਾਂ ਦੇ ਮਾਲਕ ਆ, ਦੁਕਾਨਦਾਰ ਕਿਉਂ ਆ? ਅਸੀਂ ਜਿਹੜੀ ਸਾਡੇ ਕੋਲੇ ਦੌਲਤ ਆ ਜ਼ਮੀਨਾਂ ਸਾਡੇ ਨਾਂ ਕਰਕੇ ਦਿਓ, ਆ ਬਾਜ਼ਾਰ ਸਾਡੇ ਨਾਂ ਕਰਕੇ ਦਿਓ। ਜੋ ਦੌਲਤ ਨੂੰ ਨਹੀਂ ਵਗਾਰਨਾ, ਕਿਸੇ ਸਿਆਸੀ ਧਿਰ ਨੇ ਇਹ ਮੰਗ ਨਹੀਂ ਕਰਨੀ ਕਿ ਜਿਹੜੀ ਉਹਨਾਂ ਘਰਾਣਿਆਂ ਕੋਲੇ ਦੌਲਤ ਹੋ ਗਈ ਆ ਉਹ ਲੋਕਾਂ ਦੀ ਲੁੱਟੀ ਹੋਈ ਦੌਲਤ ਆ। ਉਹ ਭਾਈ ਲਾਲੋ ਦੀ ਜਿਹੜੀ ਆ ਉਹ ਲਹੂ ਆ, ਜਿਹੜਾ ਉਹ ਪੀ ਕੇ ਉੱਥੇ ਇਕੱਠੀ ਹੋਈ ਦੌਲਤ ਆ। ਅੱਜ ਹਰ ਕਿਸਮ ਦੀ ਸਿਆਸਤ ਨੂੰ ਉਹ ਭਾਈ ਲਾਲੋ ਦੀ ਦੌਲਤ ਨੂੰ ਵੰਡਣ ਵਾਲੇ ਪਾਸੇ ਮੰਗ ਕਰਨੀ ਪਏਗੀ। ਮੈਂ ਆਖਰੀ ਗੱਲ ਕਰਕੇ ਆਪਦੀ ਗੱਲ ਸਮਾਪਤ ਕਰਨੀ ਆ। ਅੱਜ ਸਰਕਾਰ ਨੂੰ ਕਿਸੇ ਟਾਈਮ ਇਹ ਲੱਗਦਾ ਸੀਗਾ ਕਿ ਜਦੋਂ ਦਿੱਲੀ ਵੱਲ ਆਪਾਂ ਗਏ ਆ ਉਸ ਤੋਂ ਬਾਅਦ ਬੜਾ ਕੁਝ ਮੋਰਚੇ ਦੇ ਵਿੱਚ ਵਾਪਰਿਆ, ਸੰਗਾਂ ਨੂੰ ਇਹ ਲੱਗਦਾ ਕਿ ਹੁਣ ਮੋਰਚਾ ਖਤਮ ਹੋ ਗਿਆ,
ਹੁਣ ਉੱਥੇ ਬੰਦੇ ਘਟ ਗਏ, ਸ਼ਾਇਦ ਹੁਣ ਲੋਕ ਮੁੜ ਆਉਣਗੇ। ਪਰ ਸਰਕਾਰ ਇਸ ਗੱਲੋਂ ਚੰਗੀ ਤਰ੍ਹਾਂ ਜਾਣਦੀ ਆ ਕਿ ਜਿੰਨਾ ਤੋਂ ਆਸ ਕੀਤੀ ਸੀ ਕਿ 5-7 ਦਿਨ ਬਹਿ ਕੇ ਸ਼ਾਇਦ ਮੁੜ ਆਉਣਗੇ, ਅੱਜ 10 ਮਹੀਨਿਆਂ ਤੋਂ ਉੱਪਰ ਹੋ ਗਿਆ, ਉਹ ਲੋਕ ਨਹੀਂ ਮੁੜੇ। ਕਿਉਂ ਨਹੀਂ ਮੁੜੇ? ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਮੁੜਿਆ ਹੀ ਤਾਂ ਜ਼ਿੰਦਗੀ ਖਤਮ ਆ, ਜੇ ਉੱਥੇ ਲੜ ਕੇ ਜਿੱਤ ਲੈ ਤੇ ਜ਼ਿੰਦਗੀ ਤਾਂ ਹੀ ਪਾਰ ਉਤਾਰਾ ਹੋ ਸਕਦੀ ਆ। ਸੋ ਇਸ ਕਰਕੇ ਮੇਰਾ ਇਸ ਪਿੰਡ ਸਿਰ ਲਾਂਭਾ ਨਹੀਂਗਾ ਜਿਹੜੇ ਤੁਸੀਂ ਅੱਜ ਇੱਥੇ ਹਾਜ਼ਰ ਹੋਏ ਹੋ। ਇਹਦਾ ਮਤਲਬ ਇਹ ਆ ਕਿ ਦਾਤੇਵਾਲ ਦੇ ਲੋਕ ਆ ਜਿਹੜੇ ਅੱਜ ਇੱਥੇ ਪ੍ਰਣ ਕਰਨ ਆਏ ਆ, ਜਿਹੜੇ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਆਏ ਆ, ਇਹ ਹਕੂਮਤ ਨੂੰ ਦੱਸਣ ਦੇ ਲਈ ਇਕੱਠੇ ਹੋਏ ਆ ਕਿ ਜਿੰਨਾ ਚਿਰ ਅਸੀਂ ਲੜਾਈ ਜਿੱਤ ਨਹੀਂ ਲੈਂਦੇ ਦਾਤੇਵਾਲ ਦੇ ਲੋਕ ਆ, ਉਹਨਾਂ ਚਿਰ ਇਸ ਅੰਦੋਲਨ ਚੋਂ ਪਿੱਛੇ ਹਟਣ ਵਾਲੇ ਨਹੀਂ ਗੇ। ਸੋ ਆਸ ਕਰਾਂਗੇ ਕਿ ਜਿੰਨਾ ਚਿਰ ਇਹ ਲੜਾਈ ਜਿੱਤੀ ਨਹੀਂ ਜਾਂਦੀ, ਕਿਉਂਕਿ ਮੇਰੇ ਲਈ ਕੋਈ ਰਾਜਨੀਤਿਕ ਪਾਰਟੀ ਦਾ ਮਸਲਾ ਨਹੀਂਗਾ, ਮੇਰੇ ਲਈ ਇਹ ਨਿੱਜੀ ਮਸਲਾ ਨਹੀਂ, ਮੇਰੇ ਲਈ ਵੱਡਾ ਮਸਲਾ ਇਹ ਆ ਕਿ ਲੜਾਈ ਜਿੱਤੀ ਜਾਣੀ ਚਾਹੀਦੀ ਆ ਆਪਣੇ ਸਾਰੇ ਲੋਕਾਂ ਦਾ। ਠੀਕ ਹੈ, ਕਿਸੇ ਨੇ ਵੋਟ ਕਿਸੇ ਦੇ ਮਰਜ਼ੀ ਪੋਲਿੰਗ ਬੂਥ ਤੇ ਬੈਠੇ, ਉਹ ਵੋਟਾਂ ਲੰਘ ਜਾਣੀਆਂ, ਪਰ ਆਪਣੇ ਸਾਰੇ ਲੋਕਾਂ ਦਾ ਮਸਲਾ ਇਹ ਬਣਨਾ ਚਾਹੀਦਾ ਕਿ ਅਸੀਂ ਹਰ ਹਾਲਤ ਦੇ ਵਿੱਚ ਇਹ ਲੜਾਈ ਜਿੱਤਣੀ ਹੈ। ਇਹ ਲੜਾਈ ਜਿੱਤੇ ਬਿਨਾ ਸਾਡੀ ਜ਼ਿੰਦਗੀ ਦਾ ਕੋਈ ਪਾਰ ਉਤਾਰਾ ਨਹੀਂਗਾ। ਤੇ ਅੱਜ ਜਿਹੜੇ ਸ਼ਹੀਦਾਂ ਨੂੰ ਆਪਾਂ ਸ਼ਰਧਾਂਜਲੀ ਭੇਂਟ ਕਰ ਰਹੇ ਆ, ਜੰਮੂ ਕਸ਼ਮੀਰ ਦੇ ਵਿੱਚ 5 ਜਿਹੜੇ ਫੌਜੀ ਆ ਜਵਾਨ ਆ ਉਹ ਸ਼ਹੀਦ ਹੋਏ ਆ। ਅੱਜ ਜਿਹੜੀਆਂ ਆਪਾਂ ਬੱਤੀਆਂ ਬਾਲ ਰਹੇ ਆ, ਇਹ ਉਹਨਾਂ ਦੀ ਯਾਦ ਦੇ ਵਿੱਚ ਵੀ ਬਾਲ ਰਹੇ ਆ। ਕਿਉਂ ਉਹਨਾਂ ਦੀ ਯਾਦ ਦੇ ਵਿੱਚ ਵੀ ਬਾਲ ਰਹੇ ਆ? ਕਿ ਅਨਾਜ ਪੈਦਾ ਕਰਕੇ ਦੇਸ਼ ਦੇ ਲੋਕਾਂ ਨੂੰ ਜਿਉਂਦਾ ਰੱਖਣਾ, ਤੇ ਇੱਥੇ ਸਰਕਾਰ ਕਤਲੇਆਮ ਕਰਦੀ ਕਿਸਾਨਾਂ ਦਾ, ਉਹ ਵੀ ਸਾਡੀ ਇਸ ਧਰਤੀ ਦੇ ਲੋਕ ਆ। ਜੇ ਸਰਹੱਦਾਂ ਤੋਂ ਰਾਖੀ ਕਰਨੀ ਹੈ, ਦੇਸ਼ ਦੇ ਲੋਕਾਂ ਦੀ ਸੁਰੱਖਿਆ ਕਰਨੀ ਹੈ, ਉਹ ਵੀ ਸਾਡੀ ਇਸ ਧਰਤੀ ਦੇ ਪੁੱਤ ਆ। ਧਰਤੀ ਚੋਂ ਚਾਹੇ ਅੰਨ ਪੈਦਾ ਕਰਨਾ ਹੋਵੇ, ਚਾਹੇ ਲੋਕਾਂ ਦੀ ਰਾਖੀ ਕਰਨੀ ਹੋਵੇ, ਤੇ ਇਹਨਾਂ ਲੋਕਾਂ ਦਾ ਕਤਲੇਆਮ ਕਰੇ ਕੋਈ ਸਰਕਾਰ, ਸਾਨੂੰ ਇਹ ਪਰਵਾਹ ਨਹੀਂ। ਇਸ ਕਰਕੇ ਚਾਹੇ ਕਿਸਾਨ ਆ ਤੇ ਚਾਹੇ ਜਵਾਨ ਆ, ਉਹ ਸਾਡੇ ਹੀ ਨੌਜਵਾਨ ਆ, ਸਾਡੇ ਹੀ ਉਹ ਭੈਣ ਭਰਾ ਹੈ। ਇਸ ਕਰਕੇ ਅੱਜ ਅਸੀਂ ਉਹਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕਰ ਰਹੇ ਆ। ਮੈਂ ਇੰਨੀ ਗੱਲ ਕਰਦਾ ਹੋਇਆ ਆਸ ਕਰਾਂਗਾ ਕਿ ਜਿਵੇਂ ਮੋਰਚੇ ਦੇ ਵਿੱਚ ਸਹਿਯੋਗ ਆ, ਇਸ ਗੱਲ ਦੇ ਆਪਾਂ ਇੱਥੇ ਇੱਕ ਤਰ੍ਹਾਂ ਦਾ ਸਬੂਤ ਆ। ਇਸ ਗੱਲ ਦਾ ਮਤਲਬ ਇਹ ਨਹੀਂ ਕਿ ਜਿੰਨੇ ਆਪਾਂ ਇੱਥੇ ਖੜੇ ਆ 10 ਮਿੰਟਾਂ ਤੱਕ CID ਰਿਪੋਰਟਾਂ ਭੇਜ ਦਿੰਦੀ ਆ ਕੇਂਦਰ ਦੀ ਸਰਕਾਰ ਤੱਕ। ਕਈਆਂ ਨੂੰ ਲੱਗਦਾ ਹੁੰਦਾ ਵੀ ਚੱਲ ਜੇ ਦਾਤੇਵਾਲ 'ਚ ਕੋਈ 10 ਬੰਦੇ ਘਰੋਂ ਨਹੀਂ ਵੀ ਨਿਕਲੇ ਤੇ ਸਰ ਜੂਗਾ। ਨੋਟ ਹੁੰਦੀ ਹੈ ਇੱਕ ਗੱਲ, 10 ਮਿੰਟਾਂ ਬਾਅਦ ਦਾਤੇਵਾਲ ਦੀ ਰਿਪੋਰਟ ਜਾਣੀ ਹੈ ਕਿ ਦਾਤੇਵਾਲ ਦੇ ਵਿੱਚ ਸ਼ਰਧਾਂਜਲੀ ਭੇਂਟ ਕਰ ਲਈ ਇੰਨੇ ਲੋਕ ਘਰਾਂ ਚੋਂ ਨਿਕਲ ਕੇ ਆਏ, ਇੰਨੇ ਬੱਚਿਆਂ ਦੇ ਹੱਥਾਂ 'ਚ ਚਾਰਟ ਫੜੇ ਸੀ, ਇੰਨੇ ਲੋਕਾਂ ਨੇ ਪ੍ਰਣ ਕੀਤਾ ਕਿ ਅਸੀਂ ਇਸ ਅੰਦੋਲਨ ਨੂੰ ਜਿੱਤੇ ਬਿਨਾ ਇਸ ਲੜਾਈ ਨੂੰ ਖਤਮ ਨਹੀਂ ਕਰਾਂਗੇ। ਸੋ ਇਸ ਕਰਕੇ ਆਪਾਂ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਸਿਰ ਝੁਕਾਉਣੇ ਆ ਤੇ ਉਹਨਾਂ ਨੂੰ ਯਾਦ ਕਰਦੇ ਆ। ਆਪਾਂ ਇਸ ਗੱਲ ਦਾ ਪ੍ਰਣ ਕਰਦੇ ਆ ਕਿ ਉਹਨਾਂ ਦੀ ਕੁਰਬਾਨੀ ਆ ਆਪਾਂ ਅਜਾਈ ਨਹੀਂ ਜਾਣ ਦੇਵਾਂਗੇ, ਹਮੇਸ਼ਾ ਉਹ ਸਾਡੇ ਸ਼ਹੀਦ ਆ, ਉਹ ਅਮਰ ਰਹਿਣਗੇ। ਮੈਂ ਇੰਨੀ ਗੱਲ ਕਰਦਾ ਹੋਇਆ ਕਦੋਂ ਫਿਰ ਮੌਕਾ ਮਿਲਿਆ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕਰਾਂਗੇ। ਮੈਂ ਇਹਨਾਂ ਗੱਲ ਕਰਦਾ ਹੋਇਆ ਤੁਹਾਡੇ ਸਾਰੇ ਨਗਰ ਨਿਵਾਸੀਆਂ ਦਾ, ਪ੍ਰਬੰਧਕ ਸੱਜਣਾ ਦਾ, ਜਿਹੜੇ ਦੂਸਰੇ ਪਿੰਡਾਂ ਤੋਂ ਆਏ ਆ, ਉਹਨਾਂ ਦਾ ਵੀ ਧੰਨਵਾਦ ਕਰਦਾ ਹੋਇਆ ਆਪਦੀ ਗੱਲ ਸਮਾਪਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫੌਜੀਆਂ ਨੇ ਅਸੀਂ ਉਹਨਾਂ ਦੀ ਵੀ ਅੱਜ ਯਾਦ ਦੇ ਵਿੱਚ ਉਹਨਾਂ ਦਾ ਸੋਗ ਮਨਾ ਰਹੇ ਹਾਂ। ਜੋ ਸਾਡੇ ਉੱਥੇ ਲਖੀਮਪੁਰ ਦੇ ਵਿੱਚ UP ਦੇ ਵਿੱਚ ਵੀ ਸਾਡੇ ਕਿਸਾਨਾਂ ਉੱਤੇ ਗੱਡੀਆਂ ਚੜ੍ਹਾ ਕੇ ਕਤਲ ਕੀਤਾ ਗਿਆ, ਅਸੀਂ ਉਹਨਾਂ ਦੀ ਯਾਦ ਦੇ ਵਿੱਚ ਵੀ ਅੱਜ ਇੱਥੇ ਮੌਨ ਧਾਰਨ ਅੱਜ ਰੱਖਿਆ ਹੋਇਆ ਹੈ। ਮੈਂ ਇਸ ਨੂੰ ਕਹਿੰਦਾ ਹੋਇਆ ਜੋ ਤੁਹਾਨੂੰ ਸਾਰਾ ਕੁਝ ਸਾਡੇ ਲੀਡਰ ਨੇ ਸਾਹਿਬਾਨਾਂ ਨੇ ਦੱਸ ਹੀ ਦਿੱਤਾ ਹੈ, ਅਸੀਂ ਉਹਨਾਂ ਸਰਕਾਰਾਂ ਦੇ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਲੈਂਦੇ ਪਿੱਛੇ ਨਹੀਂ ਹਟਾਂਗੇ। ਇਸ ਤਰ੍ਹਾਂ ਹੀ ਗੱਲ ਮੈਂ ਕਹਿੰਦਾ ਹੋਇਆ ਕਿਵਾਂ ਦਾ ਯਾਦ ਕਹਾਂ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ, ਕਾਲੇ ਕਾਨੂੰਨ ਬੰਦ ਕਰੋ, ਸਾਡੇ ਹੱਕ ਇੱਥੇ ਰੱਖ, ਸਾਡੇ ਹੱਕ। ਵੀਰ ਪਿੰਡ ਦਾਤੇਵਾਲ ਤੋਂ ਜੁੜੇ ਹਨ। ਤੁਸੀਂ ਵੀਰ ਜੀ ਮੰਨ ਲਓ ਕਿਵੇਂ ਮਾਰਚ ਕੱਢਿਆ ਜੀ, ਇਹ ਕਿਹਦੇ ਸਬੰਧ ਦੇ ਵਿੱਚ ਮਾਰਚ ਕੱਢਿਆ ਜੀ? ਲਖੀਮਪੁਰ ਵਿੱਚ ਸਾਡੇ ਜਿਹੜੇ 4 ਕਿਸਾਨ ਨੌਜਵਾਨ ਸ਼ਹੀਦ ਹੋਏ ਸਨ, ਕਾਰਪੋਰੇਟਰਾਂ ਨੇ ਧੱਕੇ ਨਾਲ ਉੱਤੇ ਗੱਡੀਆਂ ਚੜਾ ਕੇ ਸਾਡੇ ਜਵਾਨ ਸ਼ਹੀਦ ਕਰਤੇ। ਕਿਸਾਨ ਜਿਹੜੇ ਸ਼ਹੀਦ ਕੀਤੇ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦਾ ਭੋਗ ਸੀਗਾ ਲਖੀਮਪੁਰ ਵਿਖੇ। ਸਾਡੇ ਤੋਂ ਬਹੁਤ ਦੂਰ 800-900 ਕਿਲੋਮੀਟਰ, ਅਸੀਂ ਉੱਥੋਂ ਤੱਕ ਨਹੀਂ ਪਹੁੰਚ ਕਰ ਸਕਦੇ ਸੀਗੇ। ਤੇ ਨਿੱਕੇ ਜਿਹੇ ਸੱਦੇ ਤੇ ਸਾਨੂੰ ਬਾਈ ਜਗਰੂਪ ਜੀ ਨੇ, ਇਕਬਾਲ ਸਿੰਘ, ਜਿੰਨੇ ਵੀ ਹੋਰ ਪਿੰਡ ਦੇ ਸਾਡੇ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਆ, ਉਹਨਾਂ ਦੇ ਨਿੱਕੇ ਜਿਹੇ ਸੱਦੇ ਤੇ ਹੀ ਸਾਰੇ ਇੱਥੇ ਇਕੱਠੇ ਹੋ ਗਏ। ਸਾਰਾ ਪਿੰਡ ਇਹਦੇ 'ਚ ਕੋਈ ਪਾਰਟੀ ਬਾਜੀ ਨਹੀਂ ਹੈਗੀ, ਨਾ ਕੋਈ ਕੁਛ ਆ। ਨਿੱਕੇ ਸੱਦੇ ਤੇ ਇਕੱਠੇ ਹੋ ਗਏ ਆ ਤੇ ਕੈਂਡਲ ਮਾਰਚ ਉਹਨਾਂ ਕਿਸਾਨ ਵੀਰਾਂ ਦੀ ਯਾਦ ਨੂੰ ਸਮਰਪਿਤ ਕੀਤਾ ਜੀ। ਅੱਜ ਅੱਗੇ ਵੀ 15 ਤਰੀਕ ਨੂੰ ਤੇ 18 ਤਰੀਕ ਨੂੰ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਵੱਲੋਂ
ਦਿੱਤਾ ਗਿਆ ਆ, ਉਹਦੇ ਸਬੰਧ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਸਾਡਾ ਪਿੰਡ ਹਰ ਵਕਤ ਕਿਸਾਨ ਯੂਨੀਅਨਾਂ ਦੇ ਨਾਲ ਆ। 32 ਕਿਸਾਨ ਯੂਨੀਅਨ ਜਿਹੜੀਆਂ ਆਪਣੀਆਂ ਹੈਗੀਆਂ ਉਹਨਾਂ ਤੋਂ 1 ਇੰਚ ਬਾਹਰ ਨਹੀਂ ਹੈਗਾ। ਉਹ ਜੋ ਵੀ ਸੁਨੇਹਾ ਲਾਉਂਦੇ ਆ ਪਿੰਡ ਲੈਵਲ ਤੇ ਅਸੀਂ ਉਹਨਾਂ ਨੂੰ ਨਿਪਰੇ ਚਾੜਦੇ ਜਿੰਨੇ ਜੋਗੇ ਅਸੀਂ ਹੈਗੇ ਆ। ਜੋ ਵੀ ਲੰਗਰ ਕਿਤੇ ਵੀ ਧਰਨਾ ਹੋਵੇ, ਲੰਗਰ ਦੀ ਸੇਵਾ ਸਾਡੇ ਪਿੰਡ ਦੀ ਜ਼ਰੂਰ ਪਹੁੰਚੂਗੀ, ਜੋ ਮਰਜ਼ੀ ਹੋ ਜੇ। ਸਾਰਾ ਪਿੰਡ ਸਾਡਾ ਇਸ ਕੰਮ 'ਚ ਮੂਹਰੇ ਜਾਂਦਾ ਹੈ। ਤੇ ਮੋਦੀ ਦਾ ਪੁਤਲਾ ਸਾੜਨਾ ਦੁਸ਼ਹਿਰੇ ਵਾਲੇ ਦਿਨ ਤੇ 18 ਤਰੀਕ ਨੂੰ ਰੇਲ ਰੋਕਣ ਅੰਦੋਲਨ, ਉਦੋਂ ਵੀ ਸਾਡੇ ਸਾਰੇ ਨਗਰ ਨੇ ਲੰਗਰ ਦੀ ਸੇਵਾ ਜ਼ਿੰਮੇਵਾਰੀ ਚੱਕੀ ਹੈ ਵੀ ਅਸੀਂ ਮੋਗੇ ਲੰਗਰ ਲਾਉਣਾ ਜਾ ਕੇ।